ਸਟੱਡੀ ਡ੍ਰੀਮ ਮੇਕਰ ਇਮੀਗ੍ਰੇਸ਼ਨ ਕੋਡ ਭਰਾ ਦਾ YouTube ਚੈਨਲ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਤੇ ਮੇਰੀ ਟੀਮ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਜੋ ਤੁਹਾਡੇ ਖਾਸ ਅਪਡੇਟ ਲੈ ਕੇ ਤੁਹਾਡੇ ਰੂਬਰੂ ਹੋਏ ਹੈਗੇ ਆ। ਪਲੀਜ਼ ਮੇਰੀ ਰਿਕੁਐਸਟ ਹੈ ਕਿ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖੋ ਤਾਂ ਜਿਹੜੇ ਹੈਗੇ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚ ਸਕੇ, ਕਿਉਂਕਿ ਜਿਹੜੀ ਨਵੀਂ ਅਪਡੇਟ ਕੈਨੇਡੀਅਨ ਗਵਰਨਮੈਂਟ ਵੱਲੋਂ ਆਈ ਹੈਗੀ ਆ ਉਹ ਹੈਗੇ ਜਿਹੜੇ ਨਵੇਂ ਟਰੈਵਲਸ ਹੈਗੇ ਨੇ, ਜਿਵੇਂ ਤੁਹਾਡਾ ਵੀਜ਼ਾ ਆ ਚੁੱਕਾ ਹੈ, ਤੁਸੀਂ ਆਉਣ ਵਾਲੇ ਕੁਝ ਦਿਨ 'ਚ ਟਰੈਵਲ ਕਰਨਾ ਚਾਹੁੰਦੇ ਹੋ ਕੈਨੇਡਾ ਵਾਸਤੇ, ਤਾਂ ਇਹ ਇਨਫੋਰਮੇਸ਼ਨ ਤੁਹਾਡੇ ਵਾਸਤੇ ਬਹੁਤ ਯੂਜ਼ਫੁਲ ਹੈਗੀ ਆ। ਦੋਸਤੋ ਜਿਹੜੀ ਹੈਗੀ ਨਿਊਜ਼ ਹੈਗੀ ਆ ਕੋਵਿਡ ਦੇ ਵੈਕਸੀਨੇਸ਼ਨ ਵਾਸਤੇ, ਜਾਂ ਜਿਹੜੇ ਤੋਂ ਆਪਾਂ ਕੋਵਿਡ ਦੀ ਨੈਗੇਟਿਵ ਰਿਪੋਰਟ ਲੈ ਕੇ ਜਾਂਦੇ ਹੁੰਦੇ ਸੀ ਪਹਿਲਾਂ ਕੈਨੇਡਾ ਟਰੈਵਲ ਕਰਨ ਵਾਸਤੇ, ਉਹਦੇ ਰਿਲੇਟਡ ਹੈਗੀ ਆ। ਦੋਸਤੋ ਜੀ ਪਹਿਲਾਂ ਕੁਛ ਕਾਫੀ ਲੰਬੇ ਸਮੇਂ ਜਿਹੜੇ ਕੈਨੇਡਾ 'ਚ ਟਰੈਵਲ ਕਰਨਾ ਸੀਗਾ, ਸਟੂਡੈਂਟਸ ਨੇ, ਵਿਜ਼ਟਰਸ ਨੇ, ਜਾਂ ਕੋਈ ਹੋਰ ਵਰਕ ਪਰਮਿਟ ਵਾਲੇ ਕੈਂਡੀਡੇਟਸ ਨੂੰ, ਉਹਨਾਂ ਨੂੰ ਆਪਣੀ ਕੋਵਿਡ-19 ਜਿਹੜੀ ਨੈਗੇਟਿਵ ਰਿਪੋਰਟ ਲੈਣੀ ਬਹੁਤ ਜ਼ਰੂਰੀ ਸੀਗੀ, ਕਿਉਂਕਿ RT-PCR ਦੀ ਰਿਪੋਰਟ ਟੈਸਟ ਦੀ ਨੈਗੇਟਿਵ ਰਿਪੋਰਟ ਲੈ ਕੇ ਹੀ ਆਪਾਂ ਨੂੰ ਐਂਟਰੀ ਮਿਲਦੀ ਸੀਗੀ ਏਅਰਪੋਰਟ 'ਤੇ। ਸੋ ਦੋਸਤੋ ਇਹ ਚੀਜ਼ ਨੂੰ ਕੁਝ ਚੇਂਜਸ ਲਿਆਂਦਾ ਹੈਗਾ ਉਹਨਾਂ ਕੈਨੇਡੀਅਨ ਗਵਰਨਮੈਂਟ ਨੇ, ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ 1 ਅਪ੍ਰੈਲ ਤੋਂ ਜਿਹੜੇ ਆਪਣੇ ਵਿਜ਼ਟਰਸ ਹੈਗੇ ਨੇ ਜਾਂ ਸਟੂਡੈਂਟ ਹੈਗੇ ਆ ਜਾਂ ਵਰਕ ਪਰਮਿਟ ਵਾਲੇ ਕੈਂਡੀਡੇਟ ਹੈਗੇ ਆ, ਉਹਨਾਂ ਨੂੰ ਆਪਣਾ ਟੈਸਟ ਕਰਵਾ ਕੇ ਜਾਣ ਦੀ ਜ਼ਰੂਰਤ ਨਹੀਂ ਪਵੇਗੀ। ਸੋ ਜੇਕਰ ਤੁਸੀਂ ਆਪਣੀ ਫੁੱਲੀ ਵੈਕਸੀਨੇਟਡ ਹੋ ਗਏ ਆ, ਤੁਹਾਡੇ ਸੈਕਿੰਡ ਡੋਜ਼ ਲੱਗੀ ਹੋਈ ਹੈਗੀ ਆ, ਤਾਂ ਤੁਹਾਨੂੰ ਟੈਸਟ ਕਰਾਉਣ ਦੀ ਜ਼ਰੂਰਤ ਨਹੀਂ ਹੈਗੀ ਆ, ਤੁਸੀਂ ਵਿਦਆਊਟ ਆਪਣੀ ਕੋਵਿਡ ਦੀ ਰਿਪੋਰਟ ਤੋਂ ਟਰੈਵਲ ਕਰ ਸਕੋਗੇ। ਠੀਕ ਹੈ, ਇਹ ਤੁਸੀਂ ਧਿਆਨ ਰੱਖੋ। ਜਿਨ੍ਹਾਂ ਨੇ ਵੈਕਸੀਨੇਸ਼ਨ ਲੱਗੀ ਹੋਈ ਆ, ਸੈਕਿੰਡ ਡੋਜ਼ ਲਈ ਹੋਈ ਆ, ਇਹ ਜਿਹੜੇ ਹੈਗੇ ਆ ਉਹਨਾਂ ਵਾਸਤੇ ਉਦੋਂ ਤੋਂ ਹੀ ਲਾਗੂ ਹੋਣਗੇ ਜਿਹਨੇ ਫੁੱਲੀ ਵੈਕਸੀਨੇਟਡ ਹੈਗੇ ਆ। ਜਿਹਨਾਂ ਨੇ ਆਪਣੀ ਫਸਟ ਡੋਜ਼ ਲਈ ਹੋਈ ਹੈਗੀ ਆ, ਫੁੱਲੀ ਵੈਕਸੀਨੇਟਡ ਨਹੀਂ ਹੈਗੇ, ਉਹਨਾਂ ਨੂੰ ਆਪਣੀ ਕੋਵਿਡ ਦੀ ਨੈਗੇਟਿਵ ਰਿਪੋਰਟ ਲੈ ਕੇ ਜਾਣਾ ਪਊਗਾ। ਉਹ ਇਹ ਚੀਜ਼ ਦਾ ਖਾਸ ਧਿਆਨ ਰੱਖੋ। ਜੇ ਤੁਸੀਂ ਆਪਣੀ ਵੈਕਸੀਨ ਨਹੀਂ ਲਈ ਹੋਈ, ਫਸਟ ਡੋਜ਼ ਲਈ ਹੋਈ ਆ, ਸੈਕਿੰਡ ਡੋਜ਼ ਹੈ ਤੁਹਾਡੀ ਪੈਂਡਿੰਗ ਹੈਗੀ ਆ, ਤਾਂ ਤੁਹਾਡਾ ਵੀਜ਼ਾ ਆ, ਤੁਸੀਂ ਟਰੈਵਲ ਕਰਨਾ ਚਾਹੁੰਦੇ ਹੋਗੇ ਆ ਆਉਣ ਵਾਲੇ ਦਿਨਾਂ ਦੇ ਵਿੱਚ, ਤਾਂ ਤੁਹਾਨੂੰ RT-PCR ਦੀ ਰਿਪੋਰਟ ਕਰਾਉਣੀ ਚਾਹੀਦੀ ਹੈਗੀ ਆ। ਉਹ ਨੈਗੇਟਿਵ ਰਿਪੋਰਟ ਤੁਹਾਨੂੰ ਕੈਰੀ ਕਰਨੀ ਪਊਗੀ, ਕਿਉਂਕਿ ਉਹ ਰਿਪੋਰਟ ਦੇ ਬਿਨਾਂ ਤੁਹਾਨੂੰ ਉੱਥੇ ਐਂਟਰ ਨਹੀਂ ਮਿਲੂਗੀ। ਸੋ ਜਿਹੜੇ ਫੁੱਲੀ ਵੈਕਸੀਨੇਟਡ ਕੈਂਡੀਡੇਟ ਹੈਗੇ ਆ, ਉਹ ਕੁਝ ਆਉਣ ਵਾਲੇ ਕੁਝ ਦਿਨ 'ਚ ਟਰੈਵਲ ਕਰਨਾ ਚਾਹੁੰਦੇ ਹੈਗੇ ਆ, ਉਹਨਾਂ ਨੂੰ ਹੁਣ ਰਾਹਤ ਦੇ ਦਿੱਤੀ ਗਈ ਹੈ ਇਮੀਗ੍ਰੇਸ਼ਨ ਵੱਲੋਂ। ਤੁਸੀਂ ਆਪਣੀ RT-PCR ਦੀ ਰਿਪੋਰਟ ਨਾਲ ਨਹੀਂ ਲੈ ਕੇ ਜਾ ਸਕਦੇ। ਜੇਕਰ ਤੁਸੀਂ ਆਪਣੇ ਸੇਫਟੀ ਵਾਸਤੇ ਤੁਸੀਂ ਆਪਣਾ ਟੈਸਟ ਕਰਵਾ ਕੇ ਦੇਖਣਾ, ਤਾਂ ਤੁਸੀਂ ਆਪਣਾ ਜਿਹੜੀ ਟੈਸਟ ਦੀ ਰਿਪੋਰਟ ਹੈਗੀ ਨਾਲ ਕੈਰੀ ਕਰ ਸਕਦੇ ਹੋ, ਕਿਉਂਕਿ ਹੋ ਸਕਦਾ ਕਿਸੇ 100 ਵਿੱਚ 1 ਜਾਂ 2 ਪਰਸਨ ਨੂੰ ਆਪਣੇ ਹੈਗੇ ਆ, ਤਾਂ ਟੈਸਟ ਰਿਪੋਰਟ ਦਿਖਾਉਣੀ ਪੈ ਸਕਦੀ ਹੈਗੀ ਆ। ਸੋ ਤੁਸੀਂ ਆਪਣੇ ਟੈਸਟ ਰਿਪੋਰਟ ਜ਼ਰੂਰ ਕਰਵਾ ਕੇ ਚੱਲੋ, ਬਟ ਇਹ ਆਉਣ ਵਾਲੇ ਦਿਨਾਂ ਵਿੱਚ ਇਸ ਦੀ ਕੋਈ ਜ਼ਰੂਰਤ ਨਹੀਂ ਹੈਗੀ ਆ। ਬਟ ਤੁਸੀਂ ਆਪਣੇ ਸੇਫਟੀ ਵਾਸਤੇ ਇਸ ਰਿਪੋਰਟ ਨੂੰ ਕਰਵਾ ਕੇ ਨਾਲ ਆਪੇ ਨੈਗੇਟਿਵ ਰਿਪੋਰਟ ਕੈਰੀ ਕਰ ਸਕਦੇ ਹੋ, ਕਿਉਂਕਿ ਆਪਣੇ ਕਿਸੇ ਵੀ ਬਾਹਰਲੀ ਲੈਬੋਰੇਟਰੀ ਦੇ ਵਿੱਚੋਂ ਜਾਂ ਤੁਸੀਂ ਆਪਣੇ ਮੈਡੀਕਲ ਤੋਂ ਕਿਤੋਂ ਵੀ ਆਪਣੀ ਰਿਪੋਰਟ ਕਰਵਾ ਕੇ ਆਪਣੀ ਨੈਗੇਟਿਵ ਰਿਪੋਰਟ ਨਾਲ ਜ਼ਰੂਰ ਲੈ ਕੇ ਜਾਓ, ਤਾਂ ਕਿ ਤੁਹਾਨੂੰ ਕੋਈ ਪ੍ਰੋਬਲਮ ਦਾ ਸਾਹਮਣਾ ਨਾ ਕਰਨਾ ਪੈ ਸਕੇ। ਕਿਉਂਕਿ ਕਈ ਵਾਰ ਆਫਿਸਰ ਹੈਗਾ ਉਦੋਂ ਬੰਦਾ ਉੱਥੇ ਇਮੀਗ੍ਰੇਸ਼ਨ ਵਿੱਚ ਜਿੱਥੋਂ ਇਮੀਗ੍ਰੇਸ਼ਨ ਹੋਣੀ ਹੁੰਦੀ ਹੈ, ਤਾਂ ਤੁਹਾਡੀ ਰਿਪੋਰਟ ਮੰਗ ਸਕਦਾ ਆਫਿਸਰ ਤੁਹਾਡੇ ਕੋਲੋਂ। ਬਟ ਤੁਸੀਂ ਇੱਕ ਵਾਰੀ ਉਹ ਰਿਪੋਰਟ ਜ਼ਰੂਰ ਕੈਰੀ ਕਰਕੇ ਚੱਲੋ, ਕਿਉਂਕਿ ਨਵੇਂ ਜਿਹੜੇ ਹੈਗੇ ਆ ਚੇਂਜਸ ਕੀਤੀਆਂ ਗਈਆਂ ਹੈਗੀਆਂ। ਆਉਣ ਵਾਲੇ ਦਿਨਾਂ 'ਚ ਆਪਾਂ ਨੂੰ ਸਹੀ ਕਲੀਅਰ ਹੋ ਜਾਊਗਾ ਵੀ ਉੱਥੇ ਰਿਪੋਰਟ ਦੀ ਲੋੜ ਪੈਂਦੀ ਹੈ ਕਿ ਨਹੀਂ ਪੈਂਦੀ। ਬਟ ਜਿਹੜੇ ਫੁੱਲੀ ਵੈਕਸੀਨੇਟਡ ਪਰਸਨ ਹੈਗੇ ਆ, ਉਹਨੂੰ ਕੋਈ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੈਗੀ ਆ। ਉਹ ਜੇ ਆਪਣਾ ਰਿਪੋਰਟ ਕਰਵਾ ਕੇ ਜਾਂਦੇ ਆ, ਨਹੀਂ ਕਰਵਾ ਕੇ ਜਾਂਦੇ, ਤੋਂ ਲੱਗੇ ਤਾਂ ਕੋਈ ਪੁੱਛਗਿੱਛ ਨਹੀਂ ਹੋਊਗੀ। ਬਟ ਜਿਨ੍ਹਾਂ ਨੇ ਆਪਣੀ ਫਸਟ ਡੋਜ਼ ਲਈ ਹੋਈ ਆ, ਫੁੱਲੀ ਵੈਕਸੀਨੇਟਡ ਨਹੀਂ ਹੈਗੇ ਪਰਸਨ, ਉਹਨਾਂ ਨੂੰ ਆਪਣੀ RT-PCR ਦੀ ਨੈਗੇਟਿਵ ਰਿਪੋਰਟ ਨਾਲ ਲੈ ਕੇ ਜਾਣੀ ਬਹੁਤ ਜ਼ਰੂਰੀ ਹੈਗੀ ਆ। ਜੋ ਤੱਕ ਹੋਰ ਚੇਂਜਸ ਜਿਹੜੀ ਇਮੀਗ੍ਰੇਸ਼ਨ ਵੱਲੋਂ ਕੀਤੀਆਂ ਗਈਆਂ ਨੇ, ਜੋ ਆਪਾਂ ਪਹਿਲਾਂ ਆਪਣੇ ਐਪਲੀਕੇਸ਼ਨ ਸਬਮਿਟ ਕਰਦੇ ਸੀਗੇ, ਪ੍ਰੋਸੈਸਿੰਗ ਟਾਈਮ ਦੇਖਦੇ ਸੀ ਕਿੰਨਾ ਟਾਈਮ ਦਾ ਪ੍ਰੋਸੈਸਿੰਗ ਟਾਈਮ ਆਪਣਾ ਫਾਈਲ 'ਤੇ ਹੈਗਾ, ਜਾਂ ਵਿਜ਼ਟਰ ਵੀਜ਼ਾ, ਤੁਹਾਡਾ ਫੈਮਿਲੀ ਕਲਾਸ ਵੀਜ਼ਾ ਹੈਗਾ, PR ਵੀਜ਼ਾ, ਸਟੂਡੈਂਟ ਵੀਜ਼ਾ ਦੀ ਐਪਲੀਕੇਸ਼ਨ ਹੈਗੀ ਆ, ਉਹ ਉਸ ਦੇ ਵਿੱਚ ਕੁਝ ਚੇਂਜਸ ਕਰ ਦਿੱਤੀਆਂ ਨੇ। ਇਸ ਇਨਫੋਰਮੇਸ਼ਨ ਹੋਰ ਐਕੂਰੇਟ ਕਰ ਦਿੱਤਾ ਗਿਆ ਇਮੀਗ੍ਰੇਸ਼ਨ ਵੱਲੋਂ, IRCC ਵੱਲੋਂ। ਮੈਂ ਤੁਹਾਨੂੰ ਕੁਝ ਕੈਟਾਗਰੀ ਦੇ ਵਿੱਚ ਦੱਸੂਗਾ ਕਿਹੜੀ ਕੈਟਾਗਰੀ ਵਿੱਚ ਆਪਾਂ ਨੂੰ ਜਿਹੜਾ ਪ੍ਰੋਸੈਸਿੰਗ ਟਾਈਮ ਕਿੰਨਾ ਕੀਤਾ ਗਿਆ ਹੈਗਾ, ਕਿੰਨਾ ਵਧਾਇਆ ਗਿਆ ਜਾਂ ਘਟਾਇਆ ਗਿਆ ਹੈਗਾ, ਉਹ ਚੀਜ਼ ਮੈਂ ਤੁਹਾਨੂੰ ਨਾਲ ਜਾਣਕਾਰੀ ਸ਼ੇਅਰ ਕਰੂੰਗਾ। ਦੋਸਤੋ ਜਿਹੜੇ ਆਪਣੇ ਫੈਮਿਲੀ ਕਲਾਸ ਕੈਟਾਗਰੀ ਹੈਗੀਆਂ, ਜੇ HL ਲੈ ਕੇ ਚੱਲ ਗਏ, ਤਾਂ 22 ਮੰਥਸ ਦਾ ਟਾਈਮ ਕਰ ਦਿੱਤਾ ਗਿਆ ਹੈਗਾ ਟੋਟਲ ਆਪਣੇ ਪ੍ਰੋਸੈਸਿੰਗ ਟਾਈਮ ਦਾ। ਜੋ ਵਿਜ਼ਟਰ ਵੀਜ਼ਾ ਐਪਲੀਕੇਸ਼ਨ ਹੈਗੇ ਇਨਸਾਈਡ ਕੈਨੇਡਾ, ਜਿਹਨਾਂ ਆਪਣੇ ਵਿਜ਼ਟਰ ਵੀਜ਼ਾ ਐਪਲੀਕੇਸ਼ਨ ਕੈਨੇਡਾ ਦੇ ਵਿੱਚੋਂ ਅਪਲਾਈ ਕੀਤੀ ਹੈਗੀ ਆ, ਉਹਨਾਂ ਦਾ ਜਿਹੜਾ ਟਾਈਮ ਹੈਗਾ 16 ਡੇ ਤੋਂ ਲੈ ਕੇ 48 ਡੇਜ਼ ਤੱਕ ਦਾ ਟੋਟਲ ਟਾਈਮ ਕਰ ਦਿੱਤਾ ਗਿਆ ਹੈਗਾ। ਜਿਹੜਾ ਵਿਜ਼ਟਰ ਵੀਜ਼ਾ ਐਕਸਟੈਂਸ਼ਨ ਪਾਉਂਦੇ ਸੀਗੇ ਆਪਾਂ ਪਹਿਲਾਂ, ਉਹਦੇ ਟੋਟਲ 162 ਦਿਨ ਕਰ ਦਿੱਤੇ ਗਏ ਹੈਗੇ ਆਨਲਾਈਨ ਵਾਲੇ ਐਪਲੀਕੈਂਟਸ ਦੇ ਲਈ, ਅਤੇ 201 ਦਿਨ ਉਹਨਾਂ ਵਾਸਤੇ ਕੀਤੇ ਜਿਹਨੇ ਆਪਣੀ ਪੇਪਰ ਵੀਜ਼ੇ ਦੀ ਐਪਲੀਕੇਸ਼ਨ ਸਬਮਿਟ ਕੀਤੀ ਹੋਈ ਆ। ਅੱਗੇ ਸਟੱਡੀ ਪਰਮਿਟ ਵਾਲੀਆਂ ਐਪਲੀਕੇਸ਼ਨ ਆਊਟਸਾਈਡ ਕੈਨੇਡਾ, ਜਿੱਦਾਂ ਹੁਣ ਆਪਾਂ ਇੱਥੋਂ ਆਪਣੇ ਸਟੱਡੀ ਵਿੱਚ ਐਪਲੀਕੇਸ਼ਨ ਲਾ ਕੇ ਚੱਲਦੇ ਹਾਂ, ਤਾਂ ਆਪਾਂ ਨੂੰ 13 ਵੀਕਸ ਦੇ ਵਾਸਤੇ ਜਿਹੜਾ ਟਾਈਮ ਟੋਟਲ ਟਾਈਮ ਹੋਊਗਾ ਸਟੱਡੀ ਵੀਜ਼ਾ ਵਾਸਤੇ। ਠੀਕ ਹੈ, 13 ਹਫ਼ਤਾ ਦੇ ਵਿੱਚ ਆਪਣੀ ਜਿਹੜਾ ਰਿਜ਼ਲਟ ਆਵੇਗਾ। ਇਹ ਹਫ਼ਤਾ ਦਾ ਟਾਈਮ ਹੈਗਾ, ਆਪਾਂ ਜ਼ਰੂਰ ਨਹੀਂ ਕਹਿ ਸਕਦੇ 13 ਵੀਕਸ ਦੇ ਵਿੱਚ ਹੀ ਆਪਾਂ ਰਿਜ਼ਲਟ ਆਊਗਾ, ਆਪਾਂ ਰਿਜ਼ਲਟ ਪਹਿਲਾਂ ਵੀ ਆ ਸਕਦਾ, ਬਟ ਇਹ ਮਿਨੀਮਮ ਟਾਈਮ ਜਿਹੜਾ ਹੈਗਾ, ਮੈਕਸੀਮਮ ਟਾਈਮ ਉਹ 13 ਹਫ਼ਤਾ ਦਾ ਕਰ ਦਿੱਤਾ ਗਿਆ ਹੈਗਾ। ਅਤੇ ਜਿਹੜਾ ਸਟੱਡੀ ਪਰਮਿਟ ਇਨਸਾਈਡ ਕੈਨੇਡਾ, ਠੀਕ ਹੈ, ਜਿਨ੍ਹਾਂ ਨੇ ਕੈਨੇਡਾ ਤੋਂ ਆਪਣੀ ਸਟੱਡੀ ਵੀਜ਼ਾ ਐਪਲੀਕੇਸ਼ਨ ਸਬਮਿਟ ਕੀਤੀ ਹੋਈ ਆ, ਉਹ ਆਪਣੇ 9 ਵੀਕਸ ਦੇ ਵਿੱਚ ਉਹਨਾਂ ਦੇ ਰਿਜ਼ਲਟ ਆਉਣ ਦੀ ਹੈਗੀ ਆ ਸੰਭਾਵਨਾ ਹੈਗੀ ਆ। 9 ਵੀਕਸ ਦੇ ਵਿੱਚ ਉਹ ਰਿਜ਼ਲਟ ਕਲੀਅਰ ਹੋ ਜਾਣਗੇ। ਸਟੱਡੀ ਪਰਮਿਟ ਐਕਸਟੈਂਸ਼ਨ, ਜਿਹਨੇ ਆਪਣੀ ਸਟੱਡੀ ਵੀਜ਼ਾ ਵਧਾਉਣਾ ਹੈਗਾ, ਆਪਣੀ ਐਕਸਟੈਂਸ਼ਨ ਪਾਉਣੀ ਹੈਗੀ ਆ, ਉਹਨਾਂ ਕੈਂਡੀਡੇਟਸ ਨੂੰ 75 ਡੇਜ਼ ਤੋਂ ਲੈ ਕੇ 156 ਡੇਜ਼ ਤੱਕ ਦਾ ਇੰਤਜ਼ਾਰ ਕਰਨਾ ਪੈ ਸਕਦਾ ਹੈਗਾ। ਇਹ ਟੋਟਲ ਜਿਹੜਾ ਮੈਕਸੀਮਮ ਟਾਈਮ ਹੱਦ ਹੈਗੀ ਹੈ ਵੀਜ਼ੇ ਦੀ 75 ਡੇਜ਼ ਤੋਂ ਲੈ ਕੇ 156 ਡੇ ਦੀ ਹੈਗੀ ਆ। ਇਹਦੇ ਵਿੱਚ 75 ਡੇਜ਼ ਉਹਨਾਂ ਕੈਂਡੀਡੇਟ ਵਾਸਤੇ ਜਿਹਨੇ ਆਪਣੀ ਐਕਸਟੈਂਸ਼ਨ ਦੀ ਫਾਈਲ ਆਨਲਾਈਨ ਅਪਲਾਈ ਕੀਤੀ ਹੋਈ ਆ,
ਤੇ ਜਿਹੜੇ 156 ਡੇ ਹੈ ਉਹਨਾਂ ਕੈਂਡੀਡੇਟਸ ਵਾਸਤੇ ਹੈਗੇ ਆ ਜਿਹਨੇ ਆਪਣੀ ਐਕਸਟੈਂਸ਼ਨ ਦੀ ਫਾਈਲ ਪੇਪਰ ਵੀਜ਼ਾ ਸਬਮਿਟ ਕੀਤੀ ਹੋਈ ਆ। ਅੱਗੇ ਦੋਸਤੋ ਤੁਹਾਡੇ ਜਾਣਕਾਰੀ ਸ਼ੇਅਰ ਕਰਨਾ ਚਾਹੁੰਦਾ ਜਿਹਨਾਂ ਨੇ ਆਪਣੀ ਐਕਸਟਰਾ ਸੈਂਟਰ ਦੀ ਐਪਲੀਕੇਸ਼ਨ ਸਬਮਿਟ ਕੀਤੀ ਹੋਈ ਆ ਉਹਨਾਂ ਨੂੰ 7 ਮੰਥ ਵਿੱਚ ਆਪਣਾ ਹੱਦ ਮੈਕਸੀਮਮ ਟਾਈਮ ਹੈਗਾ। ਤੇ ਐਕਸਟਰਾ ਸੈਂਟਰ ਫੈਡਰਲ ਵਾਲੀ ਕੈਟਾਗਰੀ ਜਿਹੜੀ ਹੈਗੀ ਆ ਉਹ 27 ਮੰਥ ਹੈਗੇ ਨੇ ਟੋਟਲ ਮੈਕਸੀਮਮ ਟਾਈਮ ਹੈਗਾ। PNP ਵਾਲੀ ਐਪਲੀਕੇਸ਼ਨ ਦਾ ਜਿਹੜਾ ਟਾਈਮ ਹੈਗਾ ਉਹ ਕਰ ਦਿੱਤਾ ਹੈਗਾ 22 ਮੰਥ ਦਾ। ਜਿਹੜਾ ਮੈਕਸੀਮਮ ਟਾਈਮ ਹੈਗਾ 22 ਮੰਥ ਦੇ ਵਿੱਚ ਆਪਣਾ ਰਿਜ਼ਲਟ ਆਉਣ ਦੀ ਸੰਭਾਵਨਾ ਹੈਗੀ ਆ। ਜਿਹੜੇ ਕਿਊਬਿਕ ਸਕਿਲਡ ਵਰਕਰ ਦੇ ਵਿੱਚ ਆਪਣੀ ਕੈਟਾਗਰੀ ਅਪਲਾਈ ਕੀਤੀ ਹੋਈ ਆ ਉਹ 31 ਮੰਥ ਦਾ ਟਾਈਮ ਕਰ ਦਿੱਤਾ ਹੈਗਾ ਮੈਕਸੀਮਮ ਟਾਈਮ। ਤੇ ਕਿਊਬਿਕ ਬਿਜ਼ਨਸ ਕਲਾਸ ਦੇ ਕੈਂਡੀਡੇਟ ਵਾਸਤੇ ਹੈਗਾ 65 ਮੰਥਸ ਦਾ ਟਾਈਮ ਕਰ ਦਿੱਤਾ ਗਿਆ ਹੈਗਾ। ਸੋ ਜਿਹੜੀ ਖਾਸ ਅਪਡੇਟ ਉਹਨਾਂ ਕੈਂਡੀਡੇਟਸ ਵਾਸਤੇ